ਨਾਇਬ ਤਹਿਸੀਲਦਾਰ ਦਾ ਰਿਜ਼ਲਟ ਆਇਆ ਕੁਝ ਦਿਨ ਹੋ ਚੁੱਕੇ ਨੇ ਔਰ ਤੁਸੀਂ ਸਾਰਿਆਂ ਨੇ ਅਖਬਾਰਾਂ ਦੇ ਵਿੱਚ ਵੀ ਬਹੁਤ ਕੁਝ ਪੜ੍ਹ ਲਿਆ ਹੋਵੇਗਾ। ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਵੀ, ਜਰਨਲਿਸਟਾਂ ਨੇ ਵੀ, ਉਹਨਾਂ ਦੀਆਂ ਸਟੇਟਮੈਂਟਾਂ ਵੀ ਆ ਗਈਆਂ ਨੇ ਔਰ ਉਹਨਾਂ ਨੇ ਹਰ ਇੱਕ ਨੇ ਇੱਕ ਸਵੀਪਿੰਗ ਸਟੇਟਮੈਂਟ ਲਗਾਈ ਹੈ ਕਿ ਪੇਪਰ ਦੇ ਵਿੱਚ ਗੜਬੜ ਹੋਈ ਹੈ। ਔਰ ਜਿਵੇਂ ਆਪਾਂ ਦੇਖਦੇ ਹਾਂ ਕਿ ਇਹ ਵੀ ਕਿਹਾ ਗਿਆ ਕਿ ਕਿਸੇ ਜਿਹੜਾ ਬੰਦਾ ਕਿਸੇ ਕਲਰਕ ਜਾਂ ਪਟਵਾਰੀ ਵਾਲਾ ਪੇਪਰ ਪਾਸ ਨਹੀਂ ਕਰ ਸਕਿਆ, ਇਸ ਪੇਪਰ ਦੇ ਵਿੱਚ ਉਹ ਟੌਪ ਕਿਵੇਂ ਕਰ ਗਿਆ। ਫਿਰ ਆਪਾਂ ਦੇਖਦੇ ਹਾਂ ਕਿ ਹੋਰ ਵੀ ਜਿਵੇਂ ਕਿ ਕੱਲ ਅੱਜ ਦੇ ਪੇਪਰ ਦੇ ਵਿੱਚ ਇੱਕ ਹੋਰ ਨਿਊਜ਼ ਆਈ ਸੀਗੀ ਕਿ ਉਹਨਾਂ ਨੇ ਕਿਹਾ ਕਿ ਵੀ ਇਹ ਜਿੰਨੇ ਕੈਂਡੀਡੇਟ ਹੈਗੇ ਨੇ ਜਿਹੜੇ ਕਿ ਜਨਰਲ ਕੈਟਾਗਰੀ ਦੇ ਵਿੱਚ ਭਰਤੀ ਹੋ ਰਹੇ ਨੇ, ਉਹਨਾਂ ਦੇ ਵਿੱਚੋਂ ਤਕਰੀਬਨ 11 ਕੈਂਡੀਡੇਟ ਸਿਰਫ ਇੱਕੋ ਇਲਾਕੇ ਦੇ ਨੇ। ਸੋ ਇਹ ਵੀ ਬੜੇ ਆਸ਼ਚਰਜ ਵਾਲੀ ਗੱਲ ਹੈ ਔਰ ਉਹਨਾਂ ਦੇ ਵਿੱਚੋਂ ਵੀ 3 ਰਿਸ਼ਤੇਦਾਰ ਨੇ ਆਪਸ ਦੇ ਵਿੱਚ। ਸੋ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਇਸ ਵੱਲ ਨੂੰ ਇਸ਼ਾਰਾ ਕਰਦੀਆਂ ਨੇ ਕਿ ਕਿਤੇ ਨਾ ਕਿਤੇ ਕੁਝ ਗੜਬੜ ਜ਼ਰੂਰ ਹੈ। ਆਪਾਂ ਇਸ ਗੱਲ ਨੂੰ ਸੰਭਾਵਨਾ ਨੂੰ ਜਿਹੜਾ ਸੀਗਾ ਆਪਾਂ ਨਜ਼ਰ ਅੰਦਾਜ਼ ਨਹੀਂ ਕਰ ਸਕਦੇ। ਔਰ ਆਪਾਂ ਹੋਰ ਦੇਖੀਏ, ਮੈਂ ਆਪਣੇ ਕੈਰੀਅਰ ਵੱਲ ਜਾਣਾ ਤਾਂ ਮੈਂ ਦੇਖਦਾ ਕਿ 1972 ਦੇ ਵਿੱਚ ਮੈਂ ਵੀ ਪ੍ਰੀ ਮੈਡੀਕਲ ਦਾ ਪੇਪਰ ਦਿੱਤਾ ਸੀ, ਜਿਹੜਾ ਕਿ +2 ਤੋਂ ਬਾਅਦ ਮੈਡੀਕਲ ਦਾ ਪੇਪਰ ਹੁੰਦਾ। ਮੈਨੂੰ ਯਾਦ ਹੈ ਉਸ ਵੇਲੇ ਕਿ ਮੇਰੇ ਕਲਾਸ ਫੈਲੋ ਉਹ ਜਦੋਂ ਪੇਪਰ ਦੇ ਕੇ ਬਾਹਰ ਨਿਕਲੀ ਤਾਂ ਰੋਂਦੇ ਹੋਏ ਬਾਹਰ ਨਿਕਲੀ ਸੀਗੀ ਕਿ ਮੈਨੂੰ ਪੇਪਰ ਆਉਂਦਾ ਹੀ ਨਹੀਂ ਸੀ। ਪਰ ਜਦੋਂ ਰਿਜ਼ਲਟ ਆਇਆ, that particular girl was a topper in the examination ਔਰ ਸਾਨੂੰ ਉਸ ਵੇਲੇ ਪਤਾ ਲੱਗਿਆ ਸੀਗਾ ਕਿ ਉਹਦਾ ਪੇਪਰ ਬੈਠ ਕੇ ਬਾਅਦ ਵਿੱਚ ਕਰਵਾਇਆ ਗਿਆ ਸੀਗਾ। ਇਸ ਤਰ੍ਹਾਂ ਦੇ ਇੱਕ ਕੇਸ ਨਹੀਂ, ਬਹੁਤ ਸਾਰੇ ਕੇਸ ਹੋਏ ਸੀਗੇ। ਪਰ ਇਹ ਵੀ ਗੱਲ ਪੱਕੀ ਹੈ ਕਿ ਮੇਰੇ ਨਾਲ ਦੇ ਹੋਰ ਕੈਂਡੀਡੇਟਸ ਜਿਨ੍ਹਾਂ ਨੇ ਪੇਪਰ ਦਿੱਤੇ ਸੀਗੇ ਉਹ ਪਾਸ ਵੀ ਹੋਏ। ਮੈਨੂੰ ਯਾਦ ਹੈ ਗੁਰਜਿੰਦਰਪਾਲ ਸਿੰਘ, ਉਹ ਬਾਅਦ ਵਿੱਚ ਉਹ ਹੈੱਡ ਆਫ ਡਿਪਾਰਟਮੈਂਟ ਜਿਹੜੇ ਸੀਗੇ ਬਣੇ ਆਪਣੇ ਰਜਿੰਦਰਾ ਮੈਡੀਕਲ ਕਾਲਜ ਦੇ ਵਿੱਚ। ਅਮਰੀਸ਼ ਵਾਲੀਆ ਉਹ ਵੀ ਜਿਹੜੇ ਸੀਗੇ ਉਹਨਾਂ ਨੇ ਜਿਹੜਾ ਸੀ ਮੈਡੀਕਲ ਪਾਸ ਕੀਤਾ। ਸੋ ਗੜਬੜੀ ਵੀ ਉਦੋਂ ਵੀ ਹੁੰਦੀਆਂ ਸੀਗੀਆਂ, ਉਹ ਅੱਜ ਵੀ ਹੋ ਰਹੀਆਂ ਨੇ ਕਿਤੇ ਨਾ ਕਿਤੇ। ਪਰ ਉਦੋਂ ਤੋਂ ਲੈ ਕੇ ਅੱਜ ਵਾਲੇ ਟਾਈਮ ਦੇ ਵਿੱਚ ਫਰਕ ਹੈ। ਉਸ ਵੇਲੇ ਸਾਡੇ ਕੋਲ ਕੋਈ ਸਾਧਨ ਨਹੀਂ ਸੀ ਹੁੰਦੇ, ਕੋਈ ਰੌਲਾ ਪਾਉਣ ਵਾਲਾ ਨਹੀਂ ਸੀ ਹੁੰਦਾ, ਕੋਈ ਸ਼ੋਰ ਮਚਾਉਣ ਵਾਲਾ ਨਹੀਂ ਸੀ ਹੁੰਦਾ। ਪਰ ਅੱਜ ਸੋਸ਼ਲ ਮੀਡੀਆ ਦੇ ਵਿੱਚ ਜਦੋਂ ਵੀ ਕੋਈ ਐਸੀ ਗੱਲ ਹੁੰਦੀ ਹੈ ਤਾਂ ਉਹ ਇੱਕਦਮ ਕਿਤੇ ਨਾ ਕਿਤੇ ਨਿਕਲ ਕੇ ਬਾਹਰ ਆ ਜਾਂਦੀ ਹੈ। ਆਪਾਂ ਹੋਰ ਦੇਖਦੇ ਹਾਂ, ਥੋੜੇ ਦਿਨ ਪਹਿਲਾਂ ਹੀ ਆਪਾਂ ਦੇਖੀਏ ਇੱਕ ਖਬਰ ਆਈ ਸੀਗੀ। ਉਹ ਖਬਰ ਕੀ ਸੀਗੀ ਕਿ JEE ਮੇਨਸ ਜਿਹੜਾ ਕਿ ਆਪਾਂ ਦੇਖਦੇ ਹਾਂ IIT ਐਂਟਰੈਂਸ ਐਗਜ਼ਾਮੀਨੇਸ਼ਨ, ਉਹਦੇ ਵਿੱਚ ਇੱਕ ਰਸ਼ੀਅਨ ਹੈਕਰ ਫੜਿਆ ਗਿਆ। ਔਰ ਰਸ਼ੀਅਨ ਹੈਕਰ ਜਿਹੜਾ ਸੀਗਾ ਉਹ ਜਦੋਂ ਆਪਣਾ 에ਅਰਪੋਰਟ ਦੇ ਉੱਤੇ ਜਾਣ ਲੱਗਿਆ ਫੜਿਆ ਗਿਆ ਔਰ ਇਹ ਪਤਾ ਲੱਗਿਆ ਕਿ ਉਹਨੇ ਤਕਰੀਬਨ 800 ਐਡਮਿਸ਼ਨਾਂ ਜਿਹੜੀਆਂ ਸੀਗੀਆਂ ਉਹ ਪੇਪਰ ਹੈਕ ਕਰਕੇ ਜਿਹੜਾ ਸੀਗਾ ਉਹਨਾਂ ਲੋਕਾਂ ਨੂੰ ਐਡਮਿਸ਼ਨ ਦਵਾਈ ਹੈ। ਔਰ ਇੱਕ ਇੱਕ ਕੈਂਡੀਡੇਟ ਤੋਂ ਉਹਨੇ 30 35 ਲੱਖ ਰੁਪਏ ਜਿਹੜੇ ਸੀਗੇ ਉਹਨਾਂ ਨੇ ਜਿਹੜੇ ਸੀ ਕਲੈਕਟ ਕੀਤੇ ਸੀਗੇ। ਸੋ ਇਹਦਾ ਮਤਲਬ ਕਿ ਇਹ ਹੋ ਰਿਹਾ ਹੈ ਕਿ ਇਹ ਜਿਹੜੀ ਚੀਟਿੰਗ ਹੋ ਰਹੀ ਹੈ ਇਹ ਇੱਕ ਜਗ੍ਹਾ ਤੇ ਨਹੀਂ ਹੋ ਰਹੀ, ਬਹੁਤ ਜਗ੍ਹਾ ਤੇ ਐਸੀ ਚੀਟਿੰਗ ਹੋ ਰਹੀ ਹੈ। ਆਪਾਂ ਦੇਖੀਏ ਪਿੱਛੇ ਹਿਮਾਚਲ ਦੇ ਐਗਜ਼ਾਮ ਹੋਏ ਸੀ, ਕਾਂਸਟੇਬਲ ਦਾ ਐਗਜ਼ਾਮ ਹੋਇਆ, ਉੱਥੇ ਚੀਟਿੰਗ ਹੋਈ। ਸਿਮਿਲਰਲੀ ਹਰਿਆਣਾ ਦੇ ਵਿੱਚ ਆਪਾਂ ਦੇਖਦੇ ਹਾਂ ਉੱਥੇ ਦੇ ਇੱਕ ਵੱਡੇ ਅਧਿਕਾਰੀ ਜਿਹੜੇ ਸੀਗੇ ਉਹ ਖੁਦ ਕਿਤੇ ਨਾ ਕਿਤੇ ਸ਼ਾਮਲ ਸੀਗੇ ਇੱਕ ਲਾਅ ਵਾਲੇ ਐਗਜ਼ਾਮੀਨੇਸ਼ਨ ਦੇ ਵਿੱਚ। ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਪੇਪਰ ਨੇ ਜਿੱਥੇ ਨਜ਼ਰ ਆਉਂਦਾ ਪਿਆ ਕਿ ਚੀਟਿੰਗਸ ਹੋਈਆਂ ਨੇ। ਪਰ ਸਭ ਤੋਂ ਵੱਡੀ ਗੱਲ ਔਰ ਜ਼ਰੂਰੀ ਗੱਲ ਇਹ ਹੈ ਕਿ ਜੇ ਕਿਤੇ ਚੀਟਿੰਗ ਹੋਈ ਹੈ ਤਾਂ ਉਸ ਤਰ੍ਹਾਂ ਦੇ ਬੰਦੇ ਫੜੇ ਵੀ ਜਾ ਰਹੇ ਨੇ ਕਿ ਨਹੀਂ ਫੜੇ ਜਾ ਰਹੇ। that is very very important। ਆਪਾਂ ਇੱਥੇ ਚੀਟਿੰਗ ਨੂੰ ਜਸਟੀਫਾਈ ਨਹੀਂ ਕਰਦੇ ਆਪਾਂ, ਠੀਕ ਹੈ। ਆਪਾਂ ਸਿਰਫ ਇਹ ਦੇਖਦੇ ਹਾਂ ਕਿ ਜੇ ਕੋਈ ਇਸ ਤਰ੍ਹਾਂ ਦਾ ਕੰਮ ਕਰਦਾ ਹੈ ਤਾਂ ਉਹ ਕਾਨੂੰਨ ਦੇ ਹੱਥਕੰਡੇ ਦੇ ਵਿੱਚ ਆਉਂਦਾ ਹੈ ਕਿ ਨਹੀਂ ਆਉਂਦਾ। ਔਰ ਇਹ ਸਾਰੇ ਕੈਂਡੀਡੇਟਸ ਜਿਹੜੇ ਸੀ, ਆਪਾਂ JEE ਵਾਲੀ ਗੱਲ ਕੀਤੀ, ਜੇ ਇਹਨਾਂ ਨੇ ਚੀਟਿੰਗ ਕੀਤੀ ਹੈ ਤਾਂ ਕਿਤੇ ਨਾ ਕਿਤੇ ਉਹ ਹੱਥਕੰਡਿਆਂ ਦੇ ਵਿੱਚ ਆ ਰਹੇ ਨੇ, ਪਤਾ ਲੱਗ ਰਿਹਾ ਹੈ ਉਹਨਾਂ ਦਾ ਕਿ ਇਹ ਚੀਜ਼ਾਂ ਹੋਈਆਂ ਨੇ। ਸੋ ਇਸ ਕਰਕੇ ਮੈਂ ਹਮੇਸ਼ਾ ਇੱਕ ਗੱਲ ਕਰਦਾ ਹੁੰਦਾ ਕਿ ਇਸ ਚੀਜ਼ ਨੂੰ ਆਪਾਂ ਰੋਕ ਨਹੀਂ ਸਕਦੇ, ਚੀਟਿੰਗ ਨੂੰ ਰੋਕ ਨਹੀਂ ਸਕਦੇ, ਪਰ ਚੀਟਿੰਗ ਕਰਨ ਵਾਲਿਆਂ ਨੂੰ ਫੜ ਜ਼ਰੂਰ ਸਕਦੇ ਹਾਂ। ਜੇ ਪੁਲਿਸ ਹੈਗੀ ਹੈ ਤਾਂ ਇਹ ਨਹੀਂ ਕਹਿ ਸਕਦੇ ਕਿ ਚੋਰੀ ਨਾ ਹੋਵੇ, ਪਰ ਚੋਰੀ ਕਰਨ ਵਾਲਿਆਂ ਨੂੰ ਫੜਿਆ ਜ਼ਰੂਰ ਜਾ ਸਕਦਾ ਹੈ ਤਾਂ ਕਿ ਅੱਗੇ ਤੋਂ ਕੋਈ ਬੰਦਾ ਚੋਰੀ ਕਰੇ ਤਾਂ ਉਹਨੂੰ ਪਤਾ ਹੋਵੇ ਕਿ ਮੈਨੂੰ ਸਜ਼ਾ ਹੋਏਗੀ। ਇਹ ਸਰਕਾਰਾਂ ਦੇ ਕੰਮ ਹੁੰਦੇ ਨੇ। ਸੋ ਇਸੇ ਕਰਕੇ ਇੱਕ ਬਹੁਤ ਵੱਡੀ ਸਟੇਟਮੈਂਟ ਹੈਗੀ ਹੈ, ਇੱਕ ਜੱਜ ਨੇ ਕਹੀ ਸੀਗੀ ਕਿ ਇਨਸਾਫ ਹੋਣਾ ਹੀ ਨਹੀਂ ਚਾਹੀਦਾ, ਜਸਟਿਸ ਸ਼ੁਡ ਨਾਟ ਓਨਲੀ ਬੀ ਡਨ, ਬਸ ਜਸਟਿਸ ਸ਼ੁਡ ਸੀਮ ਟੂ ਬੀ ਡਨ। ਔਰ ਇਸੇ ਕਰਕੇ ਜਦੋਂ ਹੁਣ ਆਪਾਂ ਦੇਖਦੇ ਹਾਂ ਕਿ ਇਹ ਜਿਹੜਾ ਨਾਇਬ ਵਾਲਾ ਪੇਪਰ ਆਇਆ ਹੈ ਔਰ ਇਹਦਾ ਰਿਜ਼ਲਟ ਆਇਆ ਹੈ, ਉਹਦੇ ਵਿੱਚ
ਇਹ ਤਾਂ ਸਵੀਪਿੰਗ ਸਟੇਟਮੈਂਟ ਨੇ ਕਿ ਬੱਚੇ ਨੇ ਪੇਪਰ ਜਿਹੜਾ ਸੀਗਾ ਉਹ ਪਟਵਾਰੀ ਵਾਲੇ ਪੇਪਰ 'ਚ ਪਾਸ ਨਹੀਂ ਹੋਇਆ, ਕਲਰਕ ਦੇ ਪੇਪਰ 'ਚ ਪਾਸ ਨਹੀਂ ਹੋਇਆ, ਇੱਥੇ ਆ ਕੇ ਉਹਦੇ ਨੰਬਰ ਇੰਨੇ ਆ ਗਏ, ਪਰ ਉਹਨੂੰ ਪ੍ਰੋਪਰਲੀ ਕਿਸੇ ਨੇ ਐਨਾਲਾਈਜ਼ ਨਹੀਂ ਕੀਤਾ। ਮੈਂ ਜੇ ਇਸ ਗੱਲ ਨੂੰ ਕਰਾਂ, ਇੱਥੇ ਆ ਕੇ ਹੁਣ ਆਪਾਂ ਦੇਖਦੇ ਹਾਂ ਕਿ ਇਸ ਦੇ ਵਿੱਚ ਹੁੰਦਾ ਕੀ ਪਿਆ ਹੈ। ਇੱਥੇ ਕਹਿ ਰਹੇ ਨੇ ਕਿ ਵੀ ਉਹਦੇ ਨੰਬਰ ਜਿਹੜੇ ਸੀਗੇ ਪਟਵਾਰੀ ਵਿੱਚ ਇੰਨੇ ਆਏ ਨੇ, ਦੈਟ ਮੀਨਸ ਕਿ 48 ਨੰਬਰ ਪਟਵਾਰੀ 'ਚ ਆਏ ਤੇ ਉੱਥੇ 254 ਨੰਬਰ ਆਏ ਨੇ, ਔਰ ਸਿਮਿਲਰਲੀ ਦੂਜੇ ਕੈਂਡੀਡੇਟ ਨੇ ਇੱਥੇ 38-75 ਨੰਬਰ ਆਏ ਤਾਂ ਉੱਥੇ 251 ਨੰਬਰ ਆਏ ਨੇ। ਕੀ ਇਹ ਨੰਬਰ ਆ ਸਕਦੇ ਨੇ ਕਿ ਨਹੀਂ ਆ ਸਕਦੇ? ਆ ਵੀ ਸਕਦੇ ਨੇ। ਮੈਂ ਕਹਿੰਦਾ ਕਿ ਇਹ ਨੰਬਰ ਆ ਵੀ ਸਕਦੇ ਨੇ, ਐਸੀ ਗੱਲ ਨਹੀਂ ਕਿ ਨਹੀਂ ਆ ਸਕਦੇ, ਪਰ ਜਦੋਂ ਆਪਾਂ ਪੇਪਰ ਨੂੰ ਐਨਾਲਾਈਜ਼ ਕਰਦੇ ਹਾਂ ਤਾਂ ਉੱਥੇ ਜਾ ਕੇ ਸਾਨੂੰ ਜਿਹੜਾ ਸੀਗਾ ਸ਼ੰਕਾ ਤੇ ਸ਼ੁਭਾ ਹੋ ਜਾਂਦੀ ਹੈ। ਸ਼ੁਭਾ ਕੀ ਹੋ ਜਾਂਦੀ ਹੈ ਸਾਨੂੰ ਉੱਥੇ? ਸ਼ੁਭਾ ਇਹ ਹੋ ਜਾਂਦੀ ਹੈ ਕਿ ਦੇਖੋ ਜਿਹੜਾ ਕੈਂਡੀਡੇਟ 1 ਨੰਬਰ ਦੇ ਉੱਤੇ ਹੈ ਤਾਂ ਉਹਦੇ ਉਹਦੀ ਸਿਰਫ 2 ਪੋਸੀਬਿਲਿਟੀਜ਼ ਬਣਦੀਆਂ ਨੇ। ਕੀ ਪੋਸੀਬਿਲਿਟੀ ਬਣਦੀ ਹੈ ਕਿ ਜਾਂ ਤਾਂ ਉਹਦੇ 104 ਕੁਐਸਚਨ ਠੀਕ ਹੋਣ ਤੇ 12 ਗਲਤ ਹੋਣ, ਜਾਂ 102 ਕੁਐਸਚਨ ਠੀਕ ਹੋਣ ਤੇ 2 ਗਲਤ ਹੋਣ, ਤਾਂ ਉਹਦੇ ਨੰਬਰ ਇੰਨੇ ਬਣਦੇ ਨੇ। ਠੀਕ ਹੈ ਜੀ। ਜਦੋਂ ਆਪਾਂ ਕੰਪੇਅਰ ਕਰਦੇ ਹਾਂ ਇਸੇ ਚੀਜ਼ ਨੂੰ ਕਿ ਇੱਥੇ ਇੰਨੀਆਂ ਘੱਟ ਗਲਤੀਆਂ ਤੇ ਉੱਥੇ ਇੰਨੀਆਂ ਜ਼ਿਆਦਾ ਗਲਤੀਆਂ, ਤਾਂ ਕਿਤੇ ਨਾ ਕਿਤੇ ਸ਼ੰਕਾ ਪੈਦਾ ਹੋ ਜਾਂਦੀ ਹੈ। ਦੈਟ ਇਜ਼ ਦ ਫਰਸਟ ਥਿੰਗ ਟੂ ਬੀ ਜਿਹੜੀ ਆਪਾਂ ਨੋਟਿਸ ਕਰਦੇ ਹਾਂ। ਸਿਮਿਲਰਲੀ ਆਪਾਂ ਦੇਖੀਏ ਰੈਂਕ 2 ਦੇ ਵਿੱਚ ਵੀ, ਉਹਦੇ ਵਿੱਚ ਵੀ 2-3 ਪੋਸੀਬਿਲਿਟੀਜ਼ ਹੀ ਬਣਦੀਆਂ ਪਈਆਂ ਨੇ, ਔਰ ਇਸ ਤਰ੍ਹਾਂ ਦੀਆਂ ਪੋਸੀਬਿਲਿਟੀ ਅਸੀਂ ਬਾਕੀ ਜਿਹੜੇ ਸੀਗੇ ਕੈਂਡੀਡੇਟਸ ਉਹਨਾਂ 'ਚ ਵੀ ਬਣਾ ਕੇ ਦੇਖਿਆ ਨੇ। ਔਰ ਇੱਕ ਗੱਲ ਬੜੀ ਕਲੀਅਰ ਆਉਂਦੀ ਪਈ ਹੈ ਨਜ਼ਰ ਇਹਨਾਂ ਦੇ ਵਿੱਚ ਕਿ ਜਿੰਨੇ ਵੀ ਕੈਂਡੀਡੇਟ ਜੇ ਇਸ ਲੈਵਲ ਦੇ ਉੱਤੇ ਉਹਨਾਂ ਦੇ ਇੰਨੇ ਨੰਬਰ ਆ ਰਹੇ ਨੇ, ਉਹਨਾਂ ਦੇ 100 ਤੋਂ ਵੱਧ ਕੁਐਸਚਨ ਠੀਕ ਹੋਣੇ ਚਾਹੀਦੇ ਨੇ। 100 ਤੋਂ ਵੱਧ ਕੁਐਸਚਨ ਠੀਕ ਹੋਣੇ ਚਾਹੀਦੇ ਨੇ। ਔਰ ਮੈਂ ਜਦੋਂ ਪੇਪਰ ਨੂੰ ਐਨਾਲਾਈਜ਼ ਕਰਦਾ, ਠੀਕ ਹੈ ਜੀ, ਸਾਨੂੰ ਵੀ ਘੱਟੋ ਘੱਟ 12-13 ਸਾਲ ਹੋ ਗਏ ਇਸ ਫੀਲਡ ਦੇ ਵਿੱਚ, ਔਰ ਇਹ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਪੇਪਰ ਕਦੇ ਪੂਰਾ ਨਹੀਂ ਹੋਣਾ। ਨਾ ਕਦੇ ਕੋਈ ਕੈਂਡੀਡੇਟ ਪੇਪਰ ਪੂਰਾ ਕਰ ਸਕਦਾ, ਨਾ ਕਦੇ ਕੈਂਡੀਡੇਟ ਇਹ ਪੇਪਰ ਪੂਰਾ ਹੋਣਾ ਹੈ। ਕਿਉਂ? ਕਿਉਂਕਿ ਐਗਜ਼ਾਮੀਨਰ ਕੁਝ ਚੀਜ਼ਾਂ ਚੈੱਕ ਕਰਦਾ ਹੈ ਕਿ ਤੁਹਾਡੀ ਸਪੀਡ ਕਿੰਨੀ ਹੈ ਔਰ ਤੁਹਾਡੀ ਵਿਜ਼ਡਮ ਦਾ ਲੈਵਲ ਕਿੰਨਾ ਹੈ। ਪਰ ਇੱਥੇ ਅਸੀਂ ਦੇਖ ਰਹੇ ਹਾਂ ਕਿ ਤਕਰੀਬਨ ਕੈਂਡੀਡੇਟਸ ਨੇ ਅਸੀਂ ਪੇਪਰ ਪੂਰਾ ਕੀਤਾ ਹੋਇਆ। ਨਾਇਰ ਦੇ ਪੇਪਰ ਦੇ ਵਿੱਚ 40 ਕੁਐਸਚਨ ਮੈਥਸ ਰੀਜ਼ਨਿੰਗ ਦੇ ਨੇ ਔਰ 80 ਕੁਐਸਚਨ ਜਿਹੜੇ ਸੀਗੇ ਉਹ ਜੀਐਸ ਦੇ ਨੇ। ਇਹਦਾ ਮਤਲਬ ਇਹ ਹੋਇਆ ਕਿ ਤਕਰੀਬਨ 40 ਦੇ 40 ਕੁਐਸਚਨ ਮੈਥਸ ਤੇ ਰੀਜ਼ਨਿੰਗ ਦੇ ਠੀਕ ਹੋਣੇ ਚਾਹੀਦੇ ਨੇ, ਔਰ ਜਿਹੜੇ 80 ਕੁਐਸਚਨ ਨੇ ਜੀਐਸ ਵਾਲੇ, ਮੈਂ ਦਾਅਵੇ ਨਾਲ ਇਹ ਕਹਿ ਸਕਦਾ ਕਿ ਉਹਦੇ ਵਿੱਚੋਂ 15-20 ਕੁਐਸਚਨ ਐਸੇ ਨੇ ਜਿਹੜਾ ਕੋਈ ਵੀ ਬੰਦਾ ਅਟੈਂਪਟ ਨਹੀਂ ਕਰ ਸਕਦਾ। ਠੀਕ ਹੈ, ਲੈਟਸ ਹੈਵ ਅ ਲੁੱਕ ਐਟ ਦੋਜ਼ ਕੁਐਸਚਨ ਆਲਸੋ। ਕਿ ਮੈਂ ਪਹਿਲਾਂ ਵੀ ਜਦੋਂ ਪੇਪਰ ਡਿਸਕਸ ਕੀਤਾ ਸੀਗਾ ਤਾਂ ਉਦੋਂ ਕਿਹਾ ਸੀਗਾ ਕਿ ਬਰਡ ਸੈਂਚੁਰੀਜ਼ ਨੇ ਇੰਡੀਆ ਦੇ ਵਿੱਚ ਕਿੰਨੀਆਂ ਬਰਡ ਸੈਂਚੁਰੀਜ਼ ਨੇ। ਜੇ ਉਹਦੀ ਲਿਸਟ ਤੁਸੀਂ ਤਿਆਰ ਕਰ ਲਓ ਤਾਂ ਤੁਸੀਂ ਸਾਰੀਆਂ ਬਰਡ ਸੈਂਚੁਰੀ ਯਾਦ ਨਹੀਂ ਕਰ ਸਕਦੇ ਕਿ ਕਿੱਥੇ ਕਿੱਥੇ ਬਰਡ ਸੈਂਚੁਰੀ ਹੈ। ਔਰ ਜਿਸ ਕਿਸੇ ਨੇ ਇਹ ਵਾਲਾ ਕੁਐਸਚਨ ਕੀਤਾ ਹੋਏਗਾ ਤਾਂ ਫਿਰ ਸਾਨੂੰ ਦੇਖਣਾ ਪਏਗਾ ਕਿ ਉਹ ਬੰਦਾ ਜਿਹੜਾ ਸੀਗਾ ਕੋਈ ਬਹੁਤ ਵੱਡਾ ਹੀ ਜੀਨੀਅਸ ਹੋਏਗਾ ਜਿਹਨੇ ਕਿ ਇਸ ਤਰ੍ਹਾਂ ਦੇ ਕੁਐਸਚਨ ਜਿਹੜੇ ਸੀ ਅਟੈਂਪਟ ਕੀਤੇ ਹੋਣਗੇ। ਦੂਜਾ ਕੁਐਸਚਨ ਅਸੀਂ ਦੇਖਦੇ ਹਾਂ ਇਸੇ ਤਰੀਕੇ ਨਾਲ ਕਿ ਸਟੀਲ ਪਲਾਂਟਸ ਵਾਲਾ ਹੋ ਗਿਆ। ਚਲੋ ਇਹਨੂੰ ਮੰਨ ਲੈਂਦੇ ਹਾਂ ਕਿ ਥੋੜਾ ਜਿਹਾ ਇੰਨਾ ਔਖਾ ਨਹੀਂ। ਫਿਰ ਇਹ ਵਾਲਾ ਕੁਐਸਚਨ ਆਪਾਂ ਦੇਖਦੇ ਹਾਂ ਰਾਸ਼ਟਰੀ ਖੇਲ ਪ੍ਰੋਤਸਾਹਨ। ਇਸ ਕੁਐਸਚਨ ਨੂੰ ਪੜਨ ਦੇ ਵਿੱਚ ਤਕਰੀਬਨ 40-45 ਸਕਿੰਟ ਲੱਗ ਜਾਂਦੇ ਨੇ। ਫਿਰ ਉਸ ਤੋਂ ਬਾਅਦ ਜਦੋਂ ਆਪਸ਼ਨਸ ਦੇਖਦੇ ਹਾਂ ਕਿ 1 and 2, 2 and 3, ਆਲ ਦਿਸ, ਠੀਕ ਹੈ, ਮੈਂ ਦਾਅਵੇ ਨਾਲ ਕਹਿ ਸਕਦਾ ਕਿ ਐਸੇ ਕੁਐਸਚਨ ਕਰਨ ਦੇ ਵਿੱਚ ਲੰਬਾ ਟਾਈਮ ਲੱਗਦਾ ਹੈ। ਔਰ ਇਸ ਤਰ੍ਹਾਂ ਦੇ ਇਹ 2-3 ਕੁਐਸਚਨ ਨਹੀਂ, ਘੱਟੋ ਘੱਟ 20-25 ਕੁਐਸਚਨ ਇਸ ਤਰੀਕੇ ਦੇ ਨੇ ਜਿਨ੍ਹਾਂ ਨੂੰ ਕਿ ਲੰਬਾ ਟਾਈਮ ਲੱਗੇਗਾ ਇਸ ਕੁਐਸਚਨਾਂ ਨੂੰ ਸੋਲਵ ਕਰਨ ਵਾਸਤੇ। ਘੱਟੋ ਘੱਟ 1.5-2 ਮਿੰਟ ਇਹਨਾਂ ਕੁਐਸਚਨਾਂ ਨੂੰ ਡੈਫੀਨੇਟਲੀ ਲੱਗਣਗੇ। ਸੋ ਜਦੋਂ ਆਪਾਂ ਇਸ ਚੀਜ਼ ਨੂੰ ਅੰਦਾਜ਼ਾ ਲਗਾ ਕੇ ਚੱਲਦੇ ਹਾਂ ਕਿ ਇਹ ਕੁਐਸਚਨ ਇਸ ਤਰੀਕੇ ਦੇ ਨੇ, ਤਾਂ ਸਾਨੂੰ ਲੱਗਦਾ ਹੈ ਕਿ ਇਹ ਜਿਹੜਾ ਇੰਨੇ ਕੁਐਸਚਨ ਕਿਸੇ ਦੇ ਵੀ ਠੀਕ ਹੋ ਜਾਣੇ ਉਹ ਇੰਪ੍ਰੋਬੇਬਲ ਹੈ। ਔਰ ਜੇ ਕੋਈ ਕਹੇ ਕਿ ਜੇ ਕਿਸੇ ਨੇ 40 ਦੇ 40 ਕੁਐਸਚਨ ਜਿਹੜੇ ਸੀਗੇ ਉਹ ਮੈਥਸ ਰੀਜ਼ਨਿੰਗ ਦੇ ਠੀਕ ਕਰ ਲਿੱਤੇ ਨੇ, ਔਰ ਇਸੇ ਤਰੀਕੇ ਨਾਲ ਆਪਾਂ ਦੇਖੀਏ ਕਿ ਬਾਕੀ ਜਿਹੜੇ ਸੀਗੇ ਉਹਨੇ ਤਕਰੀਬਨ ਇੱਥੇ 64 ਕੁਐਸਚਨ ਹੋ ਗਏ ਉਹ ਠੀਕ ਕਰ ਲਿੱਤੇ, ਜੀਐਸ ਦੇ ਵਿੱਚੋਂ ਠੀਕ ਕਰ ਲਿੱਤੇ, ਤਾਂ ਫਿਰ ਉਹਨਾਂ ਦੇ ਚਰਨ ਧੋ ਕੇ ਸਾਨੂੰ ਪੀਣੇ ਚਾਹੀਦੇ ਨੇ। ਕਿਉਂਕਿ ਇਹ ਇੰਨੀ ਜਿਹੜੀ ਚੀਜ਼ ਹੈਗੀ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਤਿਆਰੀ ਸੀਗੀ, ਮੈਨੂੰ ਨਹੀਂ ਲੱਗਦਾ ਕਿ ਕੋਈ ਬੰਦਾ ਇੰਨੀ ਤਿਆਰੀ ਇਸ ਲੈਵਲ ਦੀ ਤਿਆਰੀ ਕਰ ਸਕਦਾ। ਹਾਂ, ਠੀਕ ਹੈ ਜੀ, ਜਦੋਂ ਆਪਾਂ ਕੰਪੇਅਰ ਕਰਦੇ ਹਾਂ ਪਟਵਾਰੀ ਦੇ ਵਿੱਚ ਜਿਹੜਾ ਕੈਂਡੀਡੇਟ 1 ਨੰਬਰ ਤੇ ਆਇਆ ਸੀ, ਠੀਕ ਹੈ ਜੀ, ਅਸੀਂ ਇਹ ਦੇਖਦੇ ਹਾਂ ਕਿ ਉਹਨੇ ਕਿੰਨੇ ਕੁਐਸਚਨ ਕੀਤੇ ਸੀਗੇ। ਅਪਰੋਕਸੀਮੇਟਲੀ ਉਹਦੇ 80 ਕੁਐਸਚਨ ਜਿਹੜੇ ਸੀਗੇ 80-82 ਕੁਐਸਚਨ ਉਹਨਾਂ ਨੇ ਕੀਤੇ ਹੋਏ ਨੇ। ਸੋ ਦੈਟ ਇਜ਼ ਦ ਕਾਈਂਡ ਆਫ ਲਿਮਿਟ ਵਿਚ ਵੀ ਕੈਨ ਥਿੰਕ ਆਫ ਕਿ ਇਸ ਪੇਪਰ ਦੇ ਵਿੱਚ ਤਕਰੀਬਨ ਇੰਨੇ
80 ਤੋਂ ਲੈ ਕੇ 85 ਜਾਂ ਵੱਧ ਤੋਂ ਵੱਧ ਕੋਈ 90 ਨੰਬਰ ਕੁਐਸਚਨ ਜਿਹੜਾ ਸੀਗਾ ਉਹ ਕਰ ਸਕਦਾ ਹੈ, ਔਰ ਉਹਦੇ ਵਿੱਚ ਫਿਰ ਬਾਅਦ 'ਚ ਕਿਤੇ ਨਾ ਕਿਤੇ ਗਲਤੀਆਂ ਡੈਫੀਨਿਟਲੀ ਹੋਈਆਂ ਹੋਣਗੀਆਂ। ਜੇ ਕਿਸੇ ਨੇ 115 16 ਕੁਐਸਚਨ ਕੀਤੇ ਨੇ, that is seems to be quite improbable, ਠੀਕ ਹੈ ਜੀ। ਪਰ ਜੇ ਕੀਤੇ ਨੇ ਤਾਂ ਬਹੁਤ ਚੰਗੀ ਗੱਲ ਹੈ। ਜੇ ਕੀਤੇ ਨੇ ਤਾਂ ਫਿਰ ਸਾਨੂੰ ਸਰਕਾਰਾਂ ਨੂੰ ਜਿਹੜਾ ਕੀ ਚਾਹੀਦਾ ਇੱਥੇ ਕਰਨਾ, ਮੈਂ ਕਹਿੰਦਾ ਕਿ ਪੀਪੀਐਸਸੀ ਨੇ ਪੇਪਰ ਕੰਡਕਟ ਕਰਵਾਇਆ, ਠੀਕ ਹੈ ਜੀ, ਪੰਜਾਬ ਸਰਕਾਰ ਦਾ ਇਹ ਪੇਪਰ ਹੈਗਾ। ਸੋ ਦੋਨਾਂ ਦੀ ਕਿਤੇ ਨਾ ਕਿਤੇ ਆਪਾਂ ਨਾ ਪੀਪੀਐਸਸੀ ਨੇ ਇਹਦੇ 'ਚ ਕੋਈ ਹੇਰਾਫੇਰੀ ਕੀਤੀ ਹੈ, ਨਾ ਸਰਕਾਰ ਨੇ ਕੋਈ ਇਹਦੇ ਵਿੱਚ ਹੇਰਾਫੇਰੀ ਕੀਤੀ ਹੋ ਸਕਦੀ ਹੈ। ਪਰ ਕਿਤੇ ਨਾ ਕਿਤੇ ਜੇ ਕਿਤੇ ਕੋਈ ਗਲਤ ਕੰਮ ਹੋਇਆ ਤਾਂ, ਔਰ ਜਿਵੇਂ ਆਪਾਂ ਦੇਖ ਰਹੇ ਹਾਂ ਕਿ ਇੱਕੋ ਇਲਾਕੇ ਦੇ ਵਿੱਚ ਹੋਇਆ, ਤਾਂ ਫਿਰ ਸਾਨੂੰ ਚਾਹੀਦਾ ਤਾਂ ਇਹ ਹੈਗਾ ਕਿ ਉਹਦਾ ਪ੍ਰੋਪਰ ਕੋਈ ਨਾ ਕੋਈ ਸੋਲੂਸ਼ਨ ਕੱਢਣਾ ਚਾਹੀਦਾ। ਮੈਨੂੰ ਯਾਦ ਪੈਂਦਾ ਹੈ ਕਿ ਸਟਾਫ ਸਿਲੈਕਸ਼ਨ ਕਮਿਸ਼ਨ ਦੇ ਵਿੱਚ ਇੱਕ ਐਗਜ਼ਿਟ ਟੈਸਟ ਹੋਇਆ ਕਰਦਾ ਸੀਗਾ। ਹੁਣ ਇਸ ਵੇਲੇ ਤਾਂ ਇਸ ਵਾਰ ਤਾਂ ਨਹੀਂ ਕੀਤਾ ਉਹਨਾਂ ਨੇ, ਪਰ ਐਗਜ਼ਿਟ ਟੈਸਟ ਹੁੰਦਾ ਸੀਗਾ। ਉਹਦਾ ਮਤਲਬ ਕੀ ਹੋਇਆ ਕਿ ਜਿਨ੍ਹਾਂ ਕੈਂਡੀਡੇਟਸ ਨੇ ਪੇਪਰ ਪਾਸ ਕਰ ਲਿਆ, ਸਿਲੈਕਟ ਹੋ ਗਏ, ਉਹਨਾਂ ਦਾ ਦੁਬਾਰਾ ਇੱਕ ਟੈਸਟ ਹੁੰਦਾ ਸੀ। ਔਰ ਉਹ ਦੁਬਾਰਾ ਟੈਸਟ ਦੇ ਵਿੱਚ ਜੇ ਬੰਦਿਆਂ ਨੇ ਇਹ 40 ਕੁਐਸਚਨ ਉਸ ਟਾਈਮ ਦੇ ਵਿੱਚ ਕਰ ਲਿੱਤੇ, ਤਾਂ ਦੇ ਸ਼ੁਡ ਬੀ ਇਵਨ ਏਬਲ ਟੂ ਡੂ ਦੋਜ਼ ਕੁਐਸਚਨ, ਫਿਰ ਉਹ ਦੁਬਾਰਾ ਵੀ ਕਰ ਸਕਦੇ ਹੋਣਗੇ, ਹੈ ਨਾ। ਸੋ ਉੱਥੇ ਪਤਾ ਲੱਗ ਜਾਏਗਾ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏਗਾ। ਤਾਂ ਇਸੇ ਕਰਕੇ ਜਿਹੜਾ ਸੀਗਾ ਆਪਾਂ ਕਹਿ ਸਕਦੇ ਹਾਂ ਕਿ ਸਰਕਾਰਾਂ ਨੂੰ ਕੀ ਚਾਹੀਦਾ ਕਿ ਦੇਖੋ ਜੀ, ਅਸੀਂ ਤਾਂ ਜਿਹੜਾ ਸੀਗਾ ਅਸੀਂ ਚੰਗੇ ਤਰੀਕੇ ਨਾਲ ਪੇਪਰ ਕਰਵਾਇਆ ਸੀਗਾ, ਔਰ ਜੇ ਸ਼ੱਕ ਹੈਗਾ ਤਾਂ ਆਪਾਂ ਇੱਕ ਐਗਜ਼ਿਟ ਟੈਸਟ ਕਰਵਾ ਲੈਂਦੇ ਹਾਂ, ਔਰ ਐਗਜ਼ਿਟ ਟੈਸਟ ਦੇ ਵਿੱਚ ਸਾਹਮਣੇ ਖੁਲਾਸਾ ਹੋ ਜਾਏਗਾ। ਔਰ ਜੇ ਕੈਂਡੀਡੇਟਸ ਇਹ ਅਪਰੋਕਸੀਮੇਟਲੀ ਇੰਨੇ ਨੰਬਰ ਲੈ ਆਉਂਦੇ ਨੇ, ਤਾਂ ਫਿਰ ਕਿਸੇ ਨੂੰ ਕੋਈ ਇਸ ਗੱਲ ਦੇ ਉੱਤੇ ਕੋਈ ਸ਼ਿਕਵਾ ਨਹੀਂ ਹੋਣਾ ਚਾਹੀਦਾ, ਕੋਈ ਇਸ ਗੱਲ ਤੇ ਕੋਈ ਗਿਲਾ ਨਹੀਂ ਹੋਣਾ ਚਾਹੀਦਾ। ਮੇਰਾ ਤਾਂ ਸੋਲੂਸ਼ਨ ਇਸੇ ਤਰੀਕੇ ਨਾਲ ਬਣਦਾ ਕਿ ਸਰਕਾਰਾਂ ਨੂੰ ਇਹ ਚੀਜ਼ ਕਰਵਾ ਲੈਣੀ ਚਾਹੀਦੀ ਹੈ। ਕਿਉਂਕਿ ਜੇ ਇਹ ਚੀਜ਼ ਨਹੀਂ ਹੁੰਦੀ ਤਾਂ ਕਿਤੇ ਨਾ ਕਿਤੇ, ਔਰ ਜੇ ਭਰੋਸਾ ਸਿਸਟਮ ਦੇ ਉੱਤੇ ਉੱਠ ਜਾਏ, ਤਾਂ ਫਿਰ ਜਿਹੜਾ ਸੀਗਾ ਮਾਹੌਲ ਉਹ ਖਰਾਬ ਹੋ ਜਾਂਦਾ ਹੈ। ਕਿਉਂਕਿ ਜਦੋਂ ਅਸੀਂ ਕਹੀਏ ਕਿ ਸਾਡਾ ਜਿਸ ਚੀਜ਼ ਦੇ ਉੱਤੇ ਵਿਸ਼ਵਾਸ ਕਰਕੇ ਅਸੀਂ ਐਗਜ਼ਾਮ ਦੇ ਵਿੱਚ ਬੈਠਦੇ ਹਾਂ, ਔਰ ਉਹ ਭਰੋਸਾ ਹੀ ਉੱਠ ਜਾਏ ਉਸ ਚੀਜ਼ ਤੋਂ ਕਿ ਜਿਹੜਾ ਸੀਗਾ ਇੱਥੇ ਪੇਪਰ ਦੇ ਫੇਅਰਨੈਸ ਨਹੀਂ ਹੋਣੀ, ਤਾਂ ਫਿਰ ਕੱਲ ਨੂੰ ਕਿਸੇ ਦਾ ਵੀ ਇਸ ਸਿਸਟਮ ਦੇ ਉੱਤੇ ਦੁਬਾਰਾ ਐਂਟਰ ਕਰਨਾ ਮੁਸ਼ਕਲ ਹੋ ਜਾਏਗਾ। ਇਸੇ ਕਰਕੇ ਸਿਰਫ ਇੱਕ ਸੋਲੂਸ਼ਨ ਸਾਡੇ ਕੋਲ ਹੈ, ਜਿਸ ਨੂੰ ਫੋਲੋ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਇਨਸਾਫ ਜਿਹੜਾ ਸੀਗਾ ਜਨਤਾ ਨੂੰ ਦਿਖ ਵੀ ਸਕਦਾ ਹੈ, ਔਰ ਉਹਨਾਂ ਨੂੰ ਨਜ਼ਰ ਵੀ ਆ ਸਕਦਾ ਹੈ ਕਿ ਇਹ ਚੀਜ਼ ਇਸ ਤਰੀਕੇ ਨਾਲ ਹੋ ਸਕਦੀ ਹੈ। ਸੋ ਬੰਦ ਕਰ ਦੇ इसको।